ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਕਮਲਪ੍ਰੀਤ ਸਿੰਘ ਤੇ ਲੈ ਕੇ ਹਾਜ਼ਰ ਹਾਂ ਦੁਨੀਆ ਭਰ ਦੀਆਂ 94 ਖਬਰਾਂ। ਕਮਾਲਾ ਹੈਰਿਸ ਨੇ ਕਿਹਾ, ਭਾਰਤ 'ਚੋਂ ਕੋਰੋਨਾ ਖਤਮ ਕਰਨ ਲਈ ਅਸੀਂ ਆਰਥਿਕ ਸਹਾਇਤਾ ਭੇਜਣ ਨੂੰ ਤਿਆਰ। ਅਮਰੀਕਾ ਦੇ ਇਲੀਨਾਇਸ ਸੂਬੇ 'ਚ ਬਾਰੂਦ ਸਾੜਨ ਤੋਂ ਬਾਅਦ 3 ਲੋਕਾਂ ਦੀ ਮੌਤ। ਪਾਕ 'ਚ ਕੋਰੋਨਾ ਦੇ ਨਿਯਮਾਂ ਦੀਆਂ ਜੰਮ ਕੇ ਉੱਡੀਆਂ ਧੱਜੀਆਂ, ਸਰਕਾਰ ਨੇ 10 ਦਿਨਾਂ ਲਈ ਲਗਾਇਆ ਲਾਕਡਾਊਨ। ਭਾਰਤ 'ਚ ਫਸੇ 173 ਆਸਟ੍ਰੇਲੀਆਈ ਬੱਚੇ, ਮਾਪੇ ਸਰਕਾਰ ਨੂੰ ਲਾ ਰਹੇ ਨੇ ਗੁਹਾਰ। ਹਿੰਦ ਮਹਾਸਾਗਰ 'ਚ ਡਿੱਗਿਆ ਚੀਨ ਦੇ ਬੇਕਾਬੂ ਰਾਕਟ ਦਾ ਮਲਬਾ। ਵੈਕਸੀਨ ਟਾਸਕ ਫੋਰਸ ਮੁਖੀ ਦਾ ਦਾਅਵਾ, ਅਗਸਤ ਤੱਕ ਕੋਰੋਨਾ ਮੁਕਤ ਹੋ ਜਾਵੇਗਾ ਬ੍ਰਿਟੇਨ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਕੋਰੋਨਾ ਨਾਲ ਲੜਾਈ ਵਿੱਚ ਭਾਰਤ ਦੀ ਮਦਦ ਲਈ ਅੱਗੇ ਆਉਣ ਦੇ ਨਾਲ ਹੀ ਗਲੋਬਲ ਮਹਾਮਾਰੀ ਦੇ ਖਾਤਮੇ ਲਈ ਇੱਕ ਵਾਰ ਫਿਰ ਤੋਂ ਅਮਰੀਕਾ ਨੇ ਪਹਿਲ ਕੀਤੀ ਹੈ। ਭਾਰਤੀ ਮੂਲ ਦੀ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਾਲਾ ਹੈਰਿਸ ਨੇ ਆਪਣੇ ਬਿਆਨ ਵਿੱਚ ਆਖਿਆ ਕਿ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਵਿੱਚ ਜਦ ਸਾਡੇ ਹਸਪਤਾਲ ਦੇ ਬੈੱਡ ਵਧਾਏ ਗਏ ਸਨ ਤਾਂ ਭਾਰਤ ਨੇ ਸਹਾਇਤਾ ਭੇਜੀ ਸੀ। ਅੱਜ ਅਸੀਂ ਭਾਰਤ ਨੂੰ ਉਸ ਦੀ ਜ਼ਰੂਰਤ ਵੇਲੇ ਮਦਦ ਲਈ ਵਚਨਬੱਧ ਹਾਂ। ਅਸੀਂ ਇਸ ਨੂੰ ਭਾਰਤ ਦੇ ਦੋਸਤ ਦੇ ਰੂਪ ਵਿੱਚ, ਏਸ਼ੀਆਈ ਕੁਆਡ ਦੇ ਮੈਂਬਰਾਂ ਦੇ ਰੂਪ ਵਿੱਚ ਅਤੇ ਗਲੋਬਲ ਭਾਈਚਾਰੇ ਦੇ ਹਿੱਸੇ ਵਜੋਂ ਵੀ ਦੇਖ ਰਹੇ ਹਾਂ। ਉਪ ਰਾਸ਼ਟਰਪਤੀ ਕਮਾਲਾ ਹੈਰਿਸ ਨੇ ਆਖਿਆ ਕਿ ਭਾਰਤ ਵਿੱਚ ਕੋਰੋਨਾ ਲਾਗ ਦੇ ਮਾਮਲਿਆਂ ਵਿੱਚ ਵਾਧਾ ਪਰੇਸ਼ਾਨ ਕਰਨ ਵਾਲਾ ਹੈ। ਮਹਾਮਾਰੀ ਦੇ ਚਲਦੇ ਆਪਣੇ ਲੋਕਾਂ ਨੂੰ ਖੋਣ ਵਾਲਿਆਂ ਪ੍ਰਤੀ ਮੈਂ ਦੁੱਖ ਜ਼ਾਹਰ ਕਰਦੀ ਹਾਂ। ਪਹਿਲਾਂ ਵੀ ਅਸੀਂ ਭਾਰਤ ਨੂੰ ਆਕਸੀਜਨ ਸਿਲੰਡਰ, ਆਕਸੀਜਨ ਕੰਸਨਟ੍ਰੇਟਰਸ, N95 ਮਾਸਕ ਅਤੇ ਕੋਰੋਨਾ ਰੋਗੀਆਂ ਦੇ ਇਲਾਜ ਲਈ ਰੈਮਡੈਸਿਵਰ ਇੰਜੈਕਸ਼ਨ ਸਣੇ ਮੈਡੀਕਲ ਸਹਾਇਤਾ ਭੇਜੀ ਹੈ। ਇਸ ਤੋਂ ਇਲਾਵਾ ਅਸੀਂ ਭਾਰਤ ਵਿੱਚ ਮਹਾਮਾਰੀ ਖਤਮ ਕਰਨ ਲਈ ਹੋਰ ਵੱਧ ਸਹਾਇਤਾ ਭੇਜਣ ਲਈ ਤਿਆਰ ਹਾਂ। ਅਮਰੀਕਾ ਭਾਰਤ ਦੇ ਨਾਲ ਖੜਾ ਹੈ। ਉਹ ਲਗਾਤਾਰ ਭਾਰਤ ਦੇ ਮੈਡੀਕਲ ਉਪਕਰਨਾਂ ਦੀ ਸਪਲਾਈ ਕਰ ਰਿਹਾ ਹੈ। ਅਮਰੀਕਾ ਤੋਂ ਇੱਕ ਜਹਾਜ਼ 2 ਮਈ ਨੂੰ ਐਂਟੀਵਾਇਰਲ ਦਵਾਈ ਰੈਮਡੈਸਿਵਰ ਦੀਆਂ 1,25,000 ਸ਼ੀਸ਼ੀਆਂ ਲੈ ਕੇ ਆਇਆ ਸੀ। ਇਸ ਤੋਂ ਪਹਿਲਾਂ ਅਮਰੀਕਾ ਦਾ ਇੱਕ ਜਹਾਜ਼ 1,000 ਆਕਸੀਜਨ ਕੰਸਨਟ੍ਰੇਟਰਸ, ਰੈਗੂਲੇਟਰ ਅਤੇ ਹੋਰ ਮੈਡੀਕਲ ਉਪਕਰਨਾਂ ਨਾਲ 1 ਮਈ ਨੂੰ ਭਾਰਤ ਪਹੁੰਚਿਆ ਸੀ, ਜਦਕਿ ਉਸ ਤੋਂ ਪਹਿਲਾਂ 30 ਅਪ੍ਰੈਲ ਨੂੰ ਵੀ ਅਮਰੀਕਾ ਤੋਂ ਆਪਾਤ ਰਾਹਤ ਸਹਾਇਤਾ ਦੇ ਨਾਲ 2 ਜਹਾਜ਼ ਭਾਰਤ ਪਹੁੰਚੇ ਸਨ। ਅਮਰੀਕਾ ਦੇ ਇਲੀਨਾਇਸ ਸੂਬੇ ਵਿੱਚ ਇੱਕ ਸਰਕਾਰੀ ਪਾਰਕ ਨੇੜੇ ਕਾਲਾ ਪਾਊਡਰ ਸਾਹ ਕੇ ਧਮਾਕਾ ਕਰਨ ਤੋਂ ਬਾਅਦ 3 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੂੰ ਵੀਰਵਾਰ ਸਟਾਵਰਡ ਰੌਕ ਸਟੇਟ ਪਾਰਕ ਦੇ ਨੇੜੇ ਇੱਕ ਇਲਾਕੇ ਵਿੱਚ ਬੁਲਾਇਆ ਗਿਆ, ਜਿੱਥੇ ਉਹਨਾਂ 3 ਲੋਕਾਂ ਨੂੰ ਮ੍ਰਿਤਕ ਪਾਇਆ। ਘਟਨਾ ਵਿੱਚ ਵਰਤਿਆ ਗਿਆ ਬਾਰੂਦ ਸੀ ਅਤੇ ਇਸ ਦੀ ਵਰਤੋਂ ਪਟਾਕੇ ਬਣਾਉਣ ਵਿੱਚ ਵੀ ਕੀਤੀ ਜਾ ਸਕਦੀ ਹੈ। ਲਾਸਾਲ ਕਾਉਂਟੀ ਦੇ ਕੋਰਨਰ ਰਿਚ ਪਲੋਚ ਨੇ ਆਖਿਆ ਕਿ ਇਲੀਨਾਇਸ ਪੁਲਿਸ ਦੀ ਮਦਦ ਨਾਲ ਕੇਨ ਕਾਉਂਟੀ ਦੇ ਬੰਬ ਰੋਕੂ ਦਸਤੇ ਅਤੇ FBI ਨੇ ਇਹ ਪਤਾ ਲਾਇਆ ਹੈ ਕਿ ਇਹ ਲੋਕ ਨਦੀ ਕੰਢੇ ਇੱਕ ਇਲਾਕੇ ਵਿੱਚ ਬਾਰੂਦ ਜਿਹੇ ਪਦਾਰਥ ਨੂੰ ਸਾੜ ਰਹੇ ਸਨ। ਉਹਨਾਂ ਦੱਸਿਆ ਕਿ ਧਮਾਕੇ ਹੋਣ ਨਾਲ ਲੱਗੀਆਂ ਸੱਟਾਂ ਕਾਰਨ ਉਹਨਾਂ 3 ਦੀ ਮੌਤ ਹੋ ਗਈ। ਪੁਲਿਸ ਵੱਲੋਂ ਅਜੇ ਤੱਕ ਮ੍ਰਿਤਕਾਂ ਦੇ ਨਾਂ ਜਨਤਕ ਨਹੀਂ ਕੀਤੇ ਗਏ। ਪਾਕਿਸਤਾਨ 'ਚ ਕੋਰੋਨਾ ਇਨਫੈਕਸ਼ਨ 'ਚ ਤੇਜ਼ੀ ਕਾਰਨ 10 ਦਿਨਾਂ ਦਾ ਲਾਕਡਾਊਨ ਲਗਾ ਦਿੱਤਾ ਗਿਆ ਹੈ। ਲਾਕਡਾਊਨ ਤੋਂ ਪਹਿਲਾਂ ਦੇਸ਼ ਭਰ ਦੇ ਬਾਜ਼ਾਰਾਂ ਵਿੱਚ ਕਾਫੀ ਭੀੜ ਦੇਖਣ ਨੂੰ ਮਿਲੀ। ਇਸ ਦੌਰਾਨ ਬਾਜ਼ਾਰਾਂ ਵਿੱਚ ਕੋਰੋਨਾ ਦੇ ਨਿਯਮਾਂ ਦੀਆਂ ਜੰਮ ਕੇ ਧੱਜੀਆਂ ਉਡਾਈਆਂ ਗਈਆਂ। ਜ਼ਿਆਦਾਤਰ ਲੋਕਾਂ ਨੇ ਮਾਸਕ ਵੀ ਨਹੀਂ ਪਾਇਆ ਹੋਇਆ ਸੀ। ਪਾਕਿਸਤਾਨ ਸਰਕਾਰ ਨੇ ਈਦ ਤੇ ਆਵਾਜਾਈ 'ਚ ਤੇਜ਼ੀ ਆਉਣ ਦੀ ਸੰਭਾਵਨਾ ਨੂੰ ਦੇਖਦੇ ਹੋਏ 8 ਮਈ ਤੋਂ 10 ਦਿਨਾਂ ਦਾ ਲਾਕਡਾਊਨ ਲਗਾ ਦਿੱਤਾ ਹੈ। ਪਾਕਿਸਤਾਨ 'ਚ ਕੋਰੋਨਾ ਬੇਕਾਬੂ ਹੈ ਅਤੇ ਦਵਾਈਆਂ ਤੇ ਵੈਕਸੀਨ ਦੀ ਵੀ ਘਾਟ ਹੈ। ਅਜਿਹੀ ਹਾਲਤ ਵਿੱਚ ਸਖਤ ਲਾਕਡਾਊਨ ਲਗਾਇਆ ਗਿਆ ਹੈ। ਉੱਥੇ ਦੂਜੇ ਪਾਸੇ ਆਲ ਇੰਡੀਆ ਟ੍ਰੇਡਰਜ਼ ਐਸੋਸੀਏਸ਼ਨ ਨੇ ਕਿਹਾ ਕਿ ਦੇਸ਼ ਦੇ ਸਾਰੇ ਵਪਾਰੀ ਆਪਣੇ ਕਾਰੋਬਾਰ ਨੂੰ ਈਦ ਤੱਕ ਖੁੱਲ੍ਹਾ ਰੱਖਣਗੇ। ਸਰਕਾਰ ਲਾਕਡਾਊਨ ਦਾ ਪਾਲਣ ਕਰਵਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਵਪਾਰੀਆਂ ਨੂੰ ਨੁਕਸਾਨ ਦੀ ਭਰਪਾਈ ਕਰਨੀ ਹੋਵੇਗੀ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸਰਕਾਰ ਦੇ ਹੁਕਮ ਨਹੀਂ ਮੰਨੇ ਜਾਣਗੇ। ਉਹਨਾਂ ਨੇ ਕਿਹਾ ਕਿ ਇਹ ਲਾਕਡਾਊਨ ਲੋਕਾਂ ਨੂੰ ਭੁੱਖਮਰੀ ਦੇ ਕਗਾਰ ਤੇ ਲੈ ਜਾਵੇਗਾ। ਆਸਟ੍ਰੇਲੀਆਈ ਸਰਕਾਰ ਨੇ ਭਾਰਤ ਵਿੱਚ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਬਚਾਅ ਤਹਿਤ ਯਾਤਰਾ ਪਾਬੰਦੀ ਲਗਾਈ ਹੋਈ ਹੈ। ਇਸ ਦੌਰਾਨ ਸਦਨ ਦੀ ਇੱਕ ਪੜਤਾਲੀਆ ਰਿਪੋਰਟ ਦੇ ਵਿੱਚ ਪਾਇਆ ਗਿਆ ਹੈ ਕਿ ਕੋਰੋਨਾ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਭਾਰਤ ਵਿੱਚ ਮੌਜੂਦਾ ਸਮੇਂ 173 ਆਸਟ੍ਰੇਲੀਆਈ ਨਾਬਾਲਗ ਬੱਚੇ ਅਜਿਹੇ ਰਹਿ ਰਹੇ ਹਨ ਜੋ ਕਿ ਆਪਣੇ ਮਾਪਿਆਂ ਤੋਂ ਵਿਛੜੇ ਹਨ ਅਤੇ ਹਾਲੇ ਵੀ ਉਹਨਾਂ ਦੀ ਵਾਪਸੀ ਦੇ ਕੋਈ ਸੰਕੇਤ ਦਿਖਾਈ ਨਹੀਂ ਦੇ ਰਹੇ। ਅਜਿਹੇ ਮਾਪੇ ਲਗਾਤਾਰ ਫੈਡਰਲ ਸਰਕਾਰ ਕੋਲ ਗੁਹਾਰਾਂ ਲਗਾ ਰਹੇ ਹਨ ਕਿ ਜਲਦ ਤੋਂ ਜਲਦ ਸਰਕਾਰ ਕੋਈ ਕਦਮ ਚੁੱਕੇ ਤਾਂ ਜੋ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਕੋਲ ਵਾਪਸ ਲਿਆਂਦਾ ਜਾ ਸਕੇ। ਮਾਪਿਆਂ ਦਾ ਕਹਿਣਾ ਹੈ ਕਿ ਉਹ ਤਾਂ ਪਹਿਲਾਂ ਹੀ ਬੱਚਿਆਂ ਨੂੰ ਨਾ ਮਿਲ ਪਾਉਣ ਕਾਰਨ ਦੁਖੀ ਹਨ ਅਤੇ ਕੋਰੋਨਾ ਕਾਰਨ ਹੁਣ ਜਿਹੜੀ ਸਥਿਤੀ ਭਾਰਤ ਵਿੱਚ ਬਣੀ ਹੋਈ ਹੈ ਉਸ ਨਾਲ ਉਹ ਡਰੇ ਵੀ ਹੋਏ ਹਨ। ਕਿਸੇ ਨੂੰ ਵੀ ਕੁਝ ਸਮਝ ਨਹੀਂ ਆ ਰਿਹਾ ਕਿ ਇਸ ਸਮੇਂ ਆਖਿਰ ਕੀਤਾ ਕੀ ਜਾਵੇ। ਉਂਝ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਐਲਾਨ ਕੀਤਾ ਹੈ ਕਿ ਅਜਿਹੇ ਲੋਕਾਂ ਲਈ ਦੇਸ਼ ਵਾਪਸੀ ਲਈ ਫਲਾਈਟਾਂ 15 ਮਈ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਪਰ ਕੰਤਾਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਉਹ ਕਿਸੇ ਵੀ ਬੱਚੇ ਨੂੰ ਫਲਾਈਟ ਤੇ ਆਉਣ ਦੀ ਇਜਾਜ਼ਤ ਹਾਲ ਦੀ ਘੜੀ ਤਾਂ ਨਹੀਂ ਦੇਣਗੇ। ਬਾਹਰੀ ਦੇਸ਼ਾਂ ਦੇ ਮਾਮਲਿਆਂ ਅਤੇ ਵਪਾਰ ਮੰਤਰਾਲੇ ਵਿਭਾਗ ਦੇ ਉੱਘੇ ਅਧਿਕਾਰੀ ਲਿਨਟ ਵੁੱਡ ਦਾ ਕਹਿਣਾ ਹੈ ਕਿ ਸਰਕਾਰ ਨੇ ਹਾਲ ਵਿੱਚ ਹੀ ਜਿਹੜੀ ਰਿਪੈਟਰੀਏਸ਼ਨ ਫਲਾਈਟਾਂ ਦੇ ਪਲਾਨ ਦਾ
ਐਲਾਨ ਕੀਤਾ ਹੈ ਉਸ ਵਿੱਚ ਤਾਂ ਬੱਚਿਆਂ ਲਈ ਕਿਸੇ ਵੀ ਵੱਖਰੀ ਫਲਾਈਟ ਦਾ ਕੋਈ ਜ਼ਿਕਰ ਨਹੀਂ ਹੈ, ਪਰ ਅਧਿਕਾਰੀ ਹੁਣ ਇਸ ਗੱਲ ਤੇ ਵਿਚਾਰ ਕਰ ਰਹੇ ਹਨ ਕਿ ਇਸ ਮੁਸੀਬਤ ਦੀ ਘੜੀ ਵਿੱਚ ਅਜਿਹੇ ਮਾਮਲਿਆਂ ਨੂੰ ਜਲਦ ਤੋਂ ਜਲਦ ਨਿਪਟਾਇਆ ਜਾਵੇ। ਉਧਰ ਲੇਬਰ ਪਾਰਟੀ ਦੇ ਨੇਤਾ ਪੈਨੀ ਵੌਂਗ ਨੇ ਬ੍ਰਿਸਬੇਨ ਦੇ ਸਦਨ ਵਿੱਚ ਸਾਫ਼ ਹੀ ਕਿਹਾ ਕਿ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੂੰ ਬਾਹਰਲੇ ਦੇਸ਼ਾਂ ਵਿੱਚ ਫਸੇ ਹੋਏ ਆਸਟ੍ਰੇਲੀਆਈ ਲੋਕਾਂ ਦੀ ਦੇਸ਼ ਵਾਪਸੀ ਦੀ ਕੋਈ ਚਿੰਤਾ ਹੀ ਨਹੀਂ ਹੈ ਅਤੇ ਉਹ ਸਿਰਫ ਖਾਨਾ ਪੂਰਤੀ ਕਰਕੇ ਸਮਾਂ ਲੰਘਾ ਰਹੇ ਹਨ। ਚੀਨ ਦੇ ਬੇਕਾਬੂ ਹੋਏ ਰਾਕੇਟ ਲੌਂਗ ਮਾਰਚ ਦਾ ਮਲਬਾ ਐਤਵਾਰ ਨੂੰ ਧਰਤੀ ਵਾਯੂਮੰਡਲ ਵਿੱਚ ਦਾਖਲ ਹੋ ਗਿਆ ਅਤੇ ਇਸ ਦੇ ਮਾਲਦੀਵ ਨੇੜੇ ਹਿੰਦ ਮਹਾਸਾਗਰ ਵਿੱਚ ਡਿੱਗਣ ਦੀ ਖਬਰ ਹੈ। ਦੇਸ਼ ਦੀ ਸਪੇਸ ਏਜੰਸੀ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਲੋਕਾਂ ਅਤੇ ਸਰਕਾਰਾਂ ਦੇ ਉਹਨਾਂ ਸਵਾਲਾਂ ਦਾ ਜਵਾਬ ਦੇ ਦਿੱਤਾ ਕਿ ਇਸ ਰਾਕੇਟ ਦਾ ਮਲਬਾ ਕਦੋਂ ਤੇ ਕਿੱਥੇ ਡਿੱਗੇਗਾ। ਚੀਨ ਦੇ ਮੈਂਡ ਸਪੇਸ ਇੰਜੀਨੀਅਰਿੰਗ ਦਫ਼ਤਰ ਨੇ ਦੱਸਿਆ ਕਿ ਚੀਨ ਦੇ ਲੌਂਗ ਮਾਰਚ 5B ਰਾਕੇਟ ਦੇ ਅਵਸ਼ੇਸ਼ ਬੀਜਿੰਗ ਦੇ ਸਮੇਂ ਮੁਤਾਬਿਕ ਸਵੇਰੇ 10:24 ਤੇ ਧਰਤੀ ਦੇ ਵਾਯੂਮੰਡਲ ਵਿੱਚ ਮੁੜ ਤੋਂ ਦਾਖਲ ਹੋ ਗਏ ਅਤੇ ਉਹ 72.47 ਡਿਗਰੀ ਪੂਰਬੀ ਦੇਸ਼ਾਂਤਰ ਅਤੇ 2.65 ਡਿਗਰੀ ਉੱਤਰੀ ਵਿਤਕਾਰ ਵਿੱਚ ਸਮੁੰਦਰ ਵਿੱਚ ਇੱਕ ਖੁੱਲ੍ਹੇ ਖੇਤਰ ਵਿੱਚ ਡਿੱਗੇ। ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਦੱਸਿਆ ਕਿ ਜ਼ਿਆਦਾਤਰ ਅਵਸ਼ੇਸ਼ ਧਰਤੀ ਦੇ ਵਾਯੂਮੰਡਲ ਵਿੱਚ ਮੁੜ ਦਾਖਲ ਹੋਣ ਦੌਰਾਨ ਹੀ ਸੜ ਗਏ। ਚੀਨ ਨੇ ਇਸ ਰਾਕੇਟ ਦੀ ਮਦਦ ਨਾਲ ਸਪੇਸ ਵਿੱਚ ਬਣਾਏ ਜਾਣ ਵਾਲੇ ਆਪਣੇ ਤਿਆਂਗੋਂਗ ਸਪੇਸ ਸਟੇਸ਼ਨ ਦਾ ਪਹਿਲਾ ਹਿੱਸਾ ਭੇਜਿਆ ਸੀ। ਇਸ ਰਾਕੇਟ ਵਿੱਚ 29 ਅਪ੍ਰੈਲ ਨੂੰ ਦੱਖਣੀ ਟਾਪੂ ਸੂਬੇ ਹੈਨਾਨ ਵਿੱਚ ਧਮਾਕਾ ਹੋ ਗਿਆ ਸੀ। ਇਸ ਤੋਂ ਪਹਿਲਾਂ ਪੈਂਟਾਗਨ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਹ ਚੀਨ ਦੇ ਉਸ ਵਿਸ਼ਾਲ ਰਾਕੇਟ ਦਾ ਪਤਾ ਲਗਾ ਰਿਹਾ ਹੈ ਜੋ ਕੰਟਰੋਲ ਤੋਂ ਬਾਹਰ ਹੋ ਗਿਆ ਸੀ ਅਤੇ ਉਸ ਦੇ ਇਸ ਹਫ਼ਤੇ ਦੇ ਅਖੀਰ ਵਿੱਚ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋਣ ਦੀ ਸੰਭਾਵਨਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੈਨਬਿਨ ਨੇ ਇਸ ਹਫ਼ਤੇ ਮੀਡੀਆ ਨੂੰ ਦੱਸਿਆ ਸੀ ਕਿ ਰਾਕੇਟ ਦੇ ਅਵਸ਼ੇਸ਼ ਜਦੋਂ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋਣਗੇ ਤਾਂ ਉਹ ਸੜ ਜਾਣਗੇ। ਚੀਨ ਆਗਾਮੀ ਹਫ਼ਤਿਆਂ ਵਿੱਚ ਆਪਣੇ ਸਪੇਸ ਕੇਂਦਰ ਪ੍ਰੋਗਰਾਮ ਲਈ ਹੋਰ ਰਾਕੇਟ ਭੇਜ ਸਕਦਾ ਹੈ ਕਿਉਂਕਿ ਉਸ ਦਾ ਉਦੇਸ਼ ਅਗਲੇ ਸਾਲ ਤੱਕ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਦਾ ਹੈ। ਕੋਰੋਨਾ ਵਾਇਰਸ ਦੇ ਖਾਤਮੇ ਨੂੰ ਲੈ ਕੇ ਬ੍ਰਿਟੇਨ ਤੋਂ ਜਲਦ ਚੰਗੀ ਖਬਰ ਆ ਸਕਦੀ ਹੈ। ਐਕਸਪਰਟ ਨੇ ਦਾਅਵਾ ਕੀਤਾ ਹੈ ਕਿ ਅਗਸਤ ਤੱਕ ਬ੍ਰਿਟੇਨ 'ਚ ਕੋਈ ਵੀ ਨਵੇਂ ਵਾਇਰਸ ਦਾ ਫੈਲਣਾ ਬੰਦ ਹੋ ਜਾਵੇਗਾ। ਫਿਲਹਾਲ ਬ੍ਰਿਟਿਸ਼ ਸਰਕਾਰ ਕੋਵਿਡ-19 ਵੈਕਸੀਨ ਦੇ ਬੂਸਟਰ ਸ਼ਾਟ ਦੀ ਭਾਲ 'ਚ ਹੈ। ਇਹ ਸ਼ਾਟ ਇਸ ਸਾਲ ਸਭ ਤੋਂ ਵਧੇਰੇ ਜੋਖਮ ਵਾਲੇ ਲੋਕਾਂ ਨੂੰ ਦਿੱਤੇ ਜਾਣੇ ਹਨ। ਦੇਸ਼ ਨੂੰ B1167 ਵੈਰੀਐਂਟ ਨੇ ਖਾਸਾ ਪ੍ਰਭਾਵਿਤ ਕੀਤਾ ਸੀ। ਰਾਇਟਰਸ ਮੁਤਾਬਕ ਸਰਕਾਰ ਦੇ ਵੈਕਸੀਨ ਟਾਸਕ ਫੋਰਸ ਦੇ ਮੁਖੀ ਕਲੀਵ ਡਿਕਸ ਨੇ ਦਾਅਵਾ ਕੀਤਾ ਹੈ ਕਿ ਅਗਸਤ ਤੱਕ ਬ੍ਰਿਟੇਨ 'ਚ ਨਵੇਂ ਕੋਰੋਨਾ ਵਾਇਰਸ ਦਾ ਫੈਲਣਾ ਰੁਕ ਜਾਵੇਗਾ। ਸ਼ੁੱਕਰਵਾਰ ਨੂੰ ਦ ਟੈਲੀਗ੍ਰਾਫ ਨਾਲ ਗੱਲਬਾਤ 'ਚ ਉਹਨਾਂ ਨੇ ਕਿਹਾ ਕਿ ਅਗਸਤ ਤੱਕ ਬ੍ਰਿਟੇਨ 'ਚ ਕੋਈ ਵੀ ਵਾਇਰਸ ਨਹੀਂ ਫੈਲੇਗਾ। ਨਾਲ ਹੀ ਉਹਨਾਂ ਨੇ ਇਸ ਗੱਲ ਦੀ ਜਾਣਕਾਰੀ ਵੀ ਦਿੱਤੀ ਕਿ ਵੈਕਸੀਨ ਬੂਸਟਰ ਪ੍ਰੋਗਰਾਮ ਨੂੰ 2022 ਦੀ ਸ਼ੁਰੂਆਤ ਲਈ ਟਾਲਿਆ ਜਾ ਸਕਦਾ ਹੈ। ਡਿਕਸ ਨੇ ਸੰਭਾਵਨਾ ਜਤਾਈ ਹੈ ਕਿ ਜੁਲਾਈ ਦੇ ਅਖੀਰ ਤੱਕ ਬ੍ਰਿਟੇਨ 'ਚ ਸਾਰੇ ਲੋਕ ਘੱਟੋ-ਘੱਟ ਇੱਕ ਵਾਰ ਟੀਕਾ ਲਗਵਾ ਚੁੱਕੇ ਹੋਣਗੇ। ਉਹਨਾਂ ਕਿਹਾ ਕਿ ਉਸ ਵੇਲੇ ਤੱਕ ਸਾਰੇ ਵੇਰੀਐਂਟਸ ਤੋਂ ਲੋਕਾਂ ਨੂੰ ਸੁਰੱਖਿਅਤ ਕਰ ਲਵਾਂਗੇ। ਖਾਸ ਗੱਲ ਇਹ ਹੈ ਕਿ ਵੈਕਸੀਨ ਦੀ ਪਹਿਲੀ ਡੋਜ਼ ਲਾਉਣ ਦੇ ਮਾਮਲੇ 'ਚ ਬ੍ਰਿਟੇਨ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਇੱਥੇ ਹੁਣ ਤੱਕ 5 ਕਰੋੜ ਤੋਂ ਵਧੇਰੇ ਲੋਕਾਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ। ਕੋਰੋਨਾ ਵਾਇਰਸ ਨੇ ਜਿੱਥੇ ਪੂਰੀ ਦੁਨੀਆ ਵਿੱਚ ਭਾਰੀ ਜਾਨੀ ਮਾਲੀ ਨੁਕਸਾਨ ਕੀਤਾ ਹੈ, ਉੱਥੇ ਹੀ ਇਟਲੀ ਵਰਗਾ ਮੁਲਕ ਜੋ ਕਿ ਸੰਸਾਰ ਭਰ ਵਿੱਚ ਆਪਣੇ ਹੈਲਥ ਸਿਸਟਮ ਨਾਲ ਜਾਣਿਆ ਜਾਂਦਾ ਹੈ, ਇੱਥੇ ਵੀ ਇਹ ਬਿਮਾਰੀ ਕਾਫੀ ਜ਼ਿਆਦਾ ਨੁਕਸਾਨ ਕਰ ਗਈ। ਹਾਲਾਂਕਿ ਹੁਣ ਇਟਲੀ ਨੇ ਆਪਣੇ ਦੇਸ਼ ਅੰਦਰ ਕਾਫੀ ਹੱਦ ਤੱਕ ਇਸ ਬਿਮਾਰੀ ਤੇ ਕਾਬੂ ਪਾ ਲਿਆ ਹੈ, ਪਰ ਫਿਰ ਵੀ ਇਟਲੀ ਸਰਕਾਰ ਹਾਲੇ ਵੀ ਚੁਕੰਨੀ ਹੈ। ਇਟਲੀ ਨੇ ਭਾਰਤ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਵਿੱਚ ਵਾਇਰਸ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਇਹਨਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਤੇ ਮਨਾਹੀ ਲਗਾਈ ਹੋਈ ਹੈ, ਜਿਸ ਦੀ ਮਿਆਦ ਇਟਲੀ ਸਰਕਾਰ ਦੁਆਰਾ 30 ਮਈ ਤੱਕ ਹੋਰ ਵਧਾ ਦਿੱਤੀ ਗਈ ਹੈ। ਅੱਜ ਦੀਆਂ ਅਗਲੀਆਂ ਦੋ ਖਬਰਾਂ ਦੇ ਨਾਲ ਅਸੀਂ ਆਪ ਸਭ ਨੂੰ ਮਦਰਸ ਡੇ ਦੀਆਂ ਮੁਬਾਰਕਬਾਦ ਵੀ ਦਿੰਦੇ ਹਾਂ ਤੇ ਇਸ ਮੁਤਾਲਿਕ ਪਹਿਲੀ ਖਬਰ ਜਿਸ ਔਰਤ ਦੇ ਨਾਲ ਸੰਬੰਧਿਤ ਹੈ ਉਹ ਸਕਾਟਲੈਂਡ ਤੋਂ ਹੈ। ਸਕਾਟਲੈਂਡ ਵਿੱਚ ਸਕਾਟਿਸ਼ ਪਾਰਲੀਮੈਂਟ ਚੋਣਾਂ ਦੀ ਗਹਿਮਾ-ਗਹਿਮੀ ਨੇ ਠੰਡ ਦੇ ਮਾਹੌਲ ਵਿੱਚ ਵੀ ਗਰਮਾਹਟ ਲਿਆਂਦੀ ਹੋਈ ਹੈ। ਇਹਨਾਂ ਚੋਣਾਂ ਵਿੱਚ ਸਿੱਖ ਭਾਈਚਾਰੇ ਸਿਰ ਇੱਕ ਤਾਜ ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਪੈਮ ਗੌਸਲ ਦੀ ਜਿੱਤ ਦੇ ਨਾਲ ਸਜਿਆ ਹੈ। ਪੈਮ ਗੌਸਲ ਵੱਲੋਂ ਕਲਾਈਡ ਬੈਂਕ ਐਂਡ ਮਿਲਗਵੀ ਇਲਾਕੇ ਤੋਂ ਜਿੱਤ ਹਾਸਲ ਕਰਨ ਤੋਂ ਬਾਅਦ ਉਹ ਸਕਾਟਲੈਂਡ ਵਿੱਚ ਹੁਣ ਤੱਕ ਦੀ ਪਹਿਲੀ ਸਿੱਖ ਔਰਤ ਵਜੋਂ ਇਤਿਹਾਸ ਵਿੱਚ ਆਪਣਾ ਨਾਂ ਦਰਜ ਕਰਵਾਉਣ ਵਿੱਚ ਸਫਲ ਹੋਈ ਹੈ, ਜਿਸ ਨੇ ਸਕਾਟਿਸ਼ ਪਾਰਲੀਮੈਂਟ ਮੈਂਬਰ ਬਣਨ ਦਾ ਮਾਣ ਹਾਸਲ ਕੀਤਾ ਹੈ। ਪੈਮ ਗੌਸਲ ਦਾ ਜਨਮ ਗਲਾਸਗੋ ਵਿੱਚ ਹੋਇਆ ਸੀ ਅਤੇ ਉਸ ਨੇ ਆਪਣੀ ਜ਼ਿੰਦਗੀ ਦਾ ਬਹੁਤ ਸਮਾਂ ਸਕਾਟਲੈਂਡ ਵਿੱਚ ਹੀ ਗੁਜ਼ਾਰਿਆ। ਉਸ ਨੇ ਰਾਜਨੀਤੀ ਦੀ ਦੁਨੀਆ ਵਿੱਚ ਆਪਣਾ ਪਹਿਲਾ ਕਦਮ ਉਸ ਵੇਲੇ ਰੱਖਿਆ ਜਦੋਂ ਉਹ ਸਕਾਟਿਸ਼ ਕੰਜ਼ਰਵੇਟਿਵ ਅਤੇ ਯੂਨੀਅਨਿਸਟ ਪਾਰਟੀ ਲਈ 2019 ਦੀਆਂ ਆਮ ਚੋਣਾਂ ਵਿੱਚ ਈਸਟ ਡਰਬਨਟਨਸ਼ਾਇਰ ਲਈ ਸੰਸਦ ਉਮੀਦਵਾਰ ਵਜੋਂ ਖੜੀ ਹੋਈ ਸੀ। ਪੈਮ ਨੇ ਸਕਾਟਲੈਂਡ ਅਤੇ ਇੰਗਲੈਂਡ ਦੋਵਾਂ ਵਿੱਚ ਆਰਥਿਕ ਵਿਕਾਸ, ਅੰਦਰੂਨੀ ਨਿਵੇਸ਼,
ਕਾਰੋਬਾਰ, ਸੱਭਿਆਚਾਰਕ, ਕਾਨੂੰਨੀ ਅਤੇ ਨਿਯਮਿਤ ਨੀਤੀਆਂ ਤੇ ਕੰਮ ਕਰਦਿਆਂ ਜਨਤਕ, ਨਿੱਜੀ ਅਤੇ ਸਵੈਇੱਛਕ ਖੇਤਰਾਂ ਵਿੱਚ 30 ਸਾਲਾਂ ਦੌਰਾਨ ਗਿਆਨ ਅਤੇ ਤਜਰਬਾ ਇਕੱਠਾ ਕੀਤਾ ਹੈ। ਪੈਮ ਦਾ ਕੰਮ ਕਾਰੋਬਾਰਾਂ ਦਾ ਸਮਰਥਨ ਕਰਨ ਅਤੇ ਮਹੱਤਵਪੂਰਨ ਅੰਦਰੂਨੀ ਨਿਵੇਸ਼ ਪ੍ਰੋਜੈਕਟਾਂ ਦਾ ਖੇਤਰ ਰਿਹਾ ਹੈ। ਪੈਮ ਨੇ ਉਪਭੋਗਤਾ ਕਾਨੂੰਨ ਵਿੱਚ BA, MBA ਕੀਤੀ ਹੋਈ ਹੈ ਅਤੇ ਇਸ ਸਮੇਂ ਉਹ PhD ਕਰ ਰਹੀ ਹੈ। ਪੈਮ ਔਰਤਾਂ ਦਾ ਸਮਰਥਨ ਕਰਨ ਲਈ ਹਮੇਸ਼ਾ ਤਤਪਰ ਰਹੀ ਹੈ ਅਤੇ ਉਸ ਨੂੰ 2015 ਦਾ ਮਹਿਲਾ ਲੀਡਰ ਬਿਜ਼ਨਸ ਅਵਾਰਡ ਅਤੇ 2018 ਪਬਲਿਕ ਸਰਵਿਸ ਅਵਾਰਡ ਵੀ ਮਿਲਿਆ ਹੈ। ਪੈਮ ਸਕਾਟਲੈਂਡ ਦੇ ਕੰਜ਼ਰਵੇਟਿਵ ਮਹਿਲਾ ਸੰਗਠਨ ਦੀ ਡਿਪਟੀ ਚੇਅਰਪਰਸਨ ਹੈ, ਜੋ ਕੰਜ਼ਰਵੇਟਿਵ ਪੁਰਸ਼ਾਂ ਅਤੇ ਔਰਤਾਂ ਦਾ ਇੱਕ ਰਾਸ਼ਟਰੀ ਸਮੂਹ ਹੈ ਅਤੇ ਉਹ ਔਰਤਾਂ ਨੂੰ ਪਾਰਟੀ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਸਹਾਇਤਾ ਕਰਨ ਵਿੱਚ ਸਰਗਰਮੀ ਨਾਲ ਕੰਮ ਕਰ ਰਹੀ ਹੈ। ਉਹ ਕੰਜ਼ਰਵੇਟਿਵ ਫਰੈਂਡਸ ਆਫ ਇੰਡੀਆ ਸਕਾਟਲੈਂਡ ਦੀ ਡਾਇਰੈਕਟਰ ਵੀ ਹੈ। ਇਹ ਸੰਗਠਨ ਸਕਾਟਲੈਂਡ ਵਿੱਚ ਕੰਜ਼ਰਵੇਟਿਵ ਪਾਰਟੀ ਅਤੇ ਬ੍ਰਿਟਿਸ਼ ਇੰਡੀਅਨ ਕਮਿਊਨਿਟੀ ਵਿਚਾਲੇ ਮਜ਼ਬੂਤ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਪੈਮ ਨੂੰ ਪੱਕਾ ਵਿਸ਼ਵਾਸ ਹੈ ਕਿ ਉਹ ਬ੍ਰਿਟਿਸ਼, ਸਕਾਟਿਸ਼ ਅਤੇ BAM ਔਰਤਾਂ ਲਈ ਸਕਾਟਲੈਂਡ ਦੇ ਕੰਜ਼ਰਵੇਟਿਵ ਅਤੇ ਯੂਨੀਅਨਿਸਟ ਐਡਵੋਕੇਟ ਵਜੋਂ ਆਪਣੇ ਰਾਜਨੀਤਿਕ ਕੈਰੀਅਰ ਵਿੱਚ ਨਵੀਆਂ ਪੈੜਾਂ ਪਾਵੇਗੀ। ਤੇ ਮਦਰਸ ਡੇ ਤੇ ਦੂਜੀ ਖਬਰ ਪਾਕਿਸਤਾਨ ਤੋਂ ਹੈ। ਪਾਕਿਸਤਾਨ ਵਿੱਚ ਪਹਿਲੀ ਵਾਰ ਕਿਸੇ ਔਰਤ ਨੇ ਦੇਸ਼ ਦੀ ਵਕਾਰੀ ਕੇਂਦਰੀ ਸਰਵਉੱਚ ਸੇਵਾ CSS ਪ੍ਰੀਖਿਆ ਪਾਸ ਕੀਤੀ ਹੈ। ਇਸ ਦੇ ਨਾਲ ਹੀ ਇਸ ਹਿੰਦੂ ਔਰਤ ਦੀ ਪਾਕਿਸਤਾਨ ਪ੍ਰਬੰਧਕੀ ਸੇਵਾ ਪਾਸ ਵਿੱਚ ਚੋਣ ਹੋ ਗਈ ਹੈ। ਪਾਕਿਸਤਾਨ ਦੇ ਸਭ ਤੋਂ ਵੱਧ ਹਿੰਦੂ ਆਬਾਦੀ ਵਾਲੇ ਸਿੰਧ ਸੂਬੇ ਦੇ ਸ਼ਿਕਾਰਪੁਰ ਜ਼ਿਲ੍ਹੇ ਦੇ ਪੇਂਡੂ ਇਲਾਕੇ ਦੀ ਰਹਿਣ ਵਾਲੀ ਸਨਾ ਰਾਮਚੰਦ MBBS ਡਾਕਟਰ ਹਨ। ਉਹ CSS ਪ੍ਰੀਖਿਆ ਪਾਸ ਕਰਨ ਵਾਲੇ 221 ਉਮੀਦਵਾਰਾਂ ਵਿੱਚ ਸ਼ਾਮਿਲ ਹੈ। 18,253 ਉਮੀਦਵਾਰਾਂ ਨੇ ਇਹ ਲਿਖਤੀ ਪ੍ਰੀਖਿਆ ਦਿੱਤੀ ਸੀ, ਜਿਸ ਵਿੱਚ ਡਿਟੇਲ ਮੈਡੀਕਲ ਐਗਜ਼ਾਮ, ਸਾਇਲੋਜੀਕਲ ਐਗਜ਼ਾਮ ਅਤੇ ਇੰਟਰਵਿਊ ਮਗਰੋਂ ਫਾਈਨਲ ਨਤੀਜੇ ਜਾਰੀ ਕੀਤੇ ਗਏ ਹਨ। ਨਤੀਜਾ ਘੋਸ਼ਿਤ ਹੋਣ ਦੇ ਬਾਅਦ ਸਨਾ ਰਾਮਚੰਦ ਨੇ ਟਵੀਟ ਕੀਤਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਦੇ ਨਾਲ ਹੀ ਉਹਨਾਂ ਲਿਖਿਆ ਕਿ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅੱਲਾਹ ਦੀ ਮਿਹਰ ਨਾਲ ਮੈਂ CSS 2020 ਦੀ ਪ੍ਰੀਖਿਆ ਪਾਸ ਕਰ ਲਈ ਹੈ ਅਤੇ PAS ਲਈ ਮੇਰੀ ਚੋਣ ਹੋ ਗਈ ਹੈ। ਇਸ ਦਾ ਪੂਰਾ ਕ੍ਰੈਡਿਟ ਮੇਰੇ ਮਾਤਾ-ਪਿਤਾ ਨੂੰ ਜਾਂਦਾ ਹੈ। ਸਨਾ ਰਾਮਚੰਦ ਪਹਿਲੀ ਹਿੰਦੂ ਔਰਤ ਹੈ ਜਿਸ ਦੀ CSS ਦੀ ਪ੍ਰੀਖਿਆ ਦੇ ਬਾਅਦ PAS ਲਈ ਚੋਣ ਹੋਈ ਹੈ। ਸਨਾ ਨੇ ਸਿੰਧ ਸੂਬੇ ਦੇ ਚੰਦਕਾ ਮੈਡੀਕਲ ਕਾਲਜ ਤੋਂ MBBS ਕੀਤੀ ਅਤੇ ਸਿਵਲ ਹਸਪਤਾਲ ਕਰਾਚੀ ਵਿੱਚ ਹਾਊਸ ਜੋਬ ਪੂਰੀ ਕੀਤੀ। ਫਿਲਹਾਲ ਉਹ ਸਿੰਧ ਇੰਸਟੀਚਿਊਟ ਆਫ ਯੂਰੋਲੋਜੀ ਐਂਡ ਟਰਾਂਸਪੋਰਟ ਤੋਂ FCPS ਦੀ ਪੜ੍ਹਾਈ ਕਰ ਰਹੀ ਹੈ ਅਤੇ ਜਲਦ ਹੀ ਇੱਕ ਸਰਜਨ ਬਣਨ ਵਾਲੀ ਹੈ। ਰਾਜਧਾਨੀ ਲੰਡਨ ਵਿੱਚ ਮੇਅਰ ਸਾਦਿਕ ਖਾਨ ਨੇ ਟੋਰੀ ਪਾਰਟੀ ਦੇ ਵਿਰੋਧੀ ਸ਼ੌਨ ਬੈਲੀ ਨੂੰ ਮਾਤ ਦੇ ਕੇ ਲੰਡਨ ਦੇ ਮੇਅਰ ਵਜੋਂ ਦੂਜੀ ਵਾਰ ਜਿੱਤ ਹਾਸਲ ਕੀਤੀ ਹੈ। ਲੇਬਰ ਪਾਰਟੀ ਦੇ ਖਾਨ ਨੇ 55.2% ਵੋਟਾਂ ਦੇ ਨਾਲ ਬੇਲੀ ਨੂੰ ਮਾਤ ਦਿੱਤੀ, ਜਿਨ੍ਹਾਂ ਨੇ 44.8% ਵੋਟਾਂ ਪ੍ਰਾਪਤ ਕੀਤੀਆਂ। ਆਪਣੇ ਟਵੀਟ ਰਾਹੀਂ ਸਾਦਿਕ ਖਾਨ ਨੇ ਲੰਡਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸ਼ਹਿਰ ਦਾ ਵਿਕਾਸ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਖਾਨ ਨੇ ਮਹਾਮਾਰੀ ਦੇ ਦਿਨਾਂ ਤੋਂ ਬਾਅਦ ਲੰਡਨ ਲਈ ਇੱਕ ਸੁਹਿਰਦ ਭਵਿੱਖ ਬਣਾਉਣ ਦਾ ਭਰੋਸਾ ਵੀ ਦਿੱਤਾ। ਸਾਦਿਕ ਖਾਨ ਨੇ ਚੋਣਾਂ ਦੀ ਪਹਿਲੀ ਪਸੰਦ ਵਿੱਚ ਬੇਲੀ ਦੀਆਂ 8,93,051 ਵੋਟਾਂ ਦੇ ਮੁਕਾਬਲੇ 10,13,721 ਵੋਟ ਹਾਸਲ ਕੀਤੀਆਂ, ਜਦਕਿ ਉਸਨੇ 1,92,313 ਦੂਜੀ ਪਸੰਦ ਦੀਆਂ ਵੋਟਾਂ ਪ੍ਰਾਪਤ ਕੀਤੀਆਂ, ਪਰ ਬੇਲੀ ਨੂੰ 84,550 ਵੋਟਾਂ ਪਈਆਂ। ਲੰਡਨ ਦੇ ਮੇਅਰ ਨੂੰ ਰਾਜਧਾਨੀ ਵਿੱਚ ਵੱਧ ਰਹੇ ਹਿੰਸਕ ਅਪਰਾਧ, ਖਾਸ ਕਰਕੇ ਕਿਸ਼ੋਰਾਂ ਵਿੱਚ ਛੁਰੇਮਾਰੀ ਕਾਰਨ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਉਸ ਦੀ ਦੁਬਾਰਾ ਚੋਣ ਮੁਹਿੰਮ ਨੇ ਨੌਕਰੀਆਂ 'ਤੇ ਧਿਆਨ ਕੇਂਦਰਿਤ ਕੀਤਾ ਹੈ। ਉਹਨਾਂ ਨੇ ਮਹਾਮਾਰੀ ਦੇ ਦੌਰਾਨ ਕੰਮ ਗੁਆ ਚੁੱਕੇ ਤਕਰੀਬਨ 3 ਲੱਖ ਲੰਡਨ ਵਾਸੀਆਂ ਦੀ ਮਦਦ ਲਈ ਸੈਰ ਸਪਾਟਾ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੱਤਾ ਹੈ। ਇੱਕ ਦਿਨ ਪਹਿਲਾਂ ਚੇਤਾਵਨੀ ਦੇਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਨੂੰ ਸਾਬੋਤਾਜ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਪਰ ਬੰਦਿਸ਼ਾਂ ਦੀ ਉਲੰਘਣਾ ਕਰਨ ਦੀ ਇਜਾਜ਼ਤ ਬਿਲਕੁਲ ਨਹੀਂ ਦਿੱਤੀ ਜਾ ਸਕਦੀ। ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਖੁਦ ਵੀ ਇਹਨਾਂ ਕਾਨੂੰਨਾਂ ਦਾ ਸਖਤ ਵਿਰੋਧ ਕਰਦੀ ਹੈ, ਪਰ ਸੂਬੇ ਦੀ ਮੌਜੂਦਾ ਗੰਭੀਰ ਸਥਿਤੀ ਦੇ ਮੱਦੇਨਜ਼ਰ ਕਿਸੇ ਵੀ ਕੀਮਤ ਤੇ ਹਫ਼ਤਾਵਾਰੀ ਲਾਕਡਾਊਨ ਅਤੇ ਹੋਰ ਬੰਦਿਸ਼ਾਂ ਦਾ ਉਲੰਘਣ ਨਹੀਂ ਹੋਣ ਦਿੱਤਾ ਜਾਵੇਗਾ। ਮੁੱਖ ਮੰਤਰੀ ਦਾ ਇਹ ਬਿਆਨ ਕਿਸਾਨ ਯੂਨੀਅਨਾਂ ਵੱਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਤੇ ਆਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾਂ ਦੇ ਨੇਤਾਵਾਂ ਨੇ ਕਿਸਾਨ ਅੰਦੋਲਨ ਸੰਬੰਧੀ ਉਹਨਾਂ ਦੇ ਇਰਾਦਿਆਂ ਤੇ ਸ਼ੰਕਾ ਪੈਦਾ ਕਰਨ ਲਈ ਉਹਨਾਂ ਦੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕੀਤਾ। ਮੁੱਖ ਮੰਤਰੀ ਨੇ ਪੁੱਛਿਆ ਕਿ ਉਹਨਾਂ ਦੀ ਸਰਕਾਰ ਕਿਸਾਨਾਂ ਦੇ ਹਿੱਤਾਂ ਖਿਲਾਫ ਕਿਵੇਂ ਜਾ ਸਕਦੀ ਹੈ, ਜਦਕਿ ਉਹਨਾਂ ਦੀ ਸਰਕਾਰ ਦੇਸ਼ ਵਿੱਚ ਪਹਿਲੀ ਸਰਕਾਰ ਸੀ ਜਿਸ ਨੇ ਕੇਂਦਰ ਸਰਕਾਰ ਦੇ ਖਤਰਨਾਕ ਖੇਤੀ ਕਾਨੂੰਨਾਂ ਨੂੰ ਨਿਸ਼ਪ੍ਰਭਾਵ ਕਰਨ ਲਈ ਵਿਧਾਨ ਸਭਾ ਵਿੱਚ ਸੋਧ ਬਿੱਲ ਲਿਆਂਦੇ। ਉਹਨਾਂ ਕਿਹਾ ਕਿ ਜਿੱਥੇ ਤੱਕ ਕੇਂਦਰੀ ਕਾਨੂੰਨਾਂ ਦਾ ਸੰਬੰਧ ਹੈ, ਉਹਨਾਂ ਦੀ ਸਰਕਾਰ ਸਪਸ਼ਟ ਅਤੇ ਲਗਾਤਾਰ ਇਹਨਾਂ ਦੇ ਖਿਲਾਫ ਹੈ। ਮੁੱਖ ਮੰਤਰੀ ਨੇ ਕਿਸਾਨ ਨੇਤਾਵਾਂ ਨੂੰ ਬਿਆਨਾਂ ਨੂੰ ਕੋਈ ਰੰਗਤ ਨਾ ਦੇਣ ਦੀ ਅਪੀਲ ਕੀਤੀ ਹੈ।
ਮੁੱਖ ਮੰਤਰੀ ਨੇ ਦੁਹਰਾਇਆ ਕਿ ਕਿਸੇ ਨੂੰ ਵੀ ਲੋਕਾਂ ਦੀਆਂ ਜਾਨਾਂ ਨਾਲ ਖੇਡਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਉਹਨਾਂ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਕਿ ਸਖਤ ਬੰਦਿਸ਼ਾਂ ਦੇ ਨਾਲ ਕੋਈ ਪਰੇਸ਼ਾਨੀ ਨਾ ਹੋਵੇ, ਉਹਨਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਰੋਟੇਸ਼ਨ ਅਨੁਸਾਰ ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਅਤੇ ਪ੍ਰਾਈਵੇਟ ਦਫ਼ਤਰਾਂ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ। ਦਿੱਲੀ 'ਚ ਕਰੋਨਾ ਲਾ ਕਾਰਨ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ, ਜਿਸ ਕਾਰਨ ਤਾਲਾਬੰਦੀ ਨੂੰ ਇੱਕ ਹਫ਼ਤੇ ਲਈ ਹੋਰ ਵਧਾ ਦਿੱਤਾ ਗਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਦਿੱਲੀ 'ਚ ਤਾਲਾਬੰਦੀ 17 ਮਈ ਤੱਕ ਵਧਾ ਰਹੇ ਹਾਂ। ਇਸ ਦੌਰਾਨ ਦਿੱਲੀ 'ਚ ਕੱਲ੍ਹ ਤੋਂ ਯਾਨੀ ਕਿ 10 ਮਈ ਤੋਂ ਮੈਟਰੋ ਨਹੀਂ ਚੱਲੇਗੀ। ਭਾਰਤ ਵਿੱਚ ਇੱਕ ਦਿਨ ਵਿੱਚ ਕਰੋਨਾ ਦੇ 4,03,738 ਨਵੇਂ ਕੇਸ ਆਉਣ ਦੇ ਬਾਅਦ ਦੇਸ਼ ਵਿੱਚ ਹੁਣ ਤੱਕ ਕੋਵਿਡ-19 ਲੋਕਾਂ ਦੀ ਕੁੱਲ ਸੰਖਿਆ 2,92,96,414 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਐਤਵਾਰ ਸਵੇਰੇ 8 ਵਜੇ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਦੇਸ਼ ਵਿੱਚ 4,092 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਕੁੱਲ ਗਿਣਤੀ 2,42,362 ਹੋ ਗਈ ਹੈ। ਬੀਤੇ 24 ਘੰਟਿਆਂ ਦੌਰਾਨ ਕਰੋਨਾ ਕਾਰਨ ਪੰਜਾਬ ਵਿੱਚ 171 ਲੋਕਾਂ ਦੀ ਮੌਤ ਹੋ ਗਈ ਤੇ ਹੁਣ ਤੱਕ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 10,315 ਹੋ ਗਈ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਉਹਨਾਂ ਤੋਂ ਕੋਰੋਨਾ ਮਹਾਮਾਰੀ ਨਾਲ ਲੜਨ 'ਚ ਇਸਤੇਮਾਲ ਹੋਣ ਵਾਲੇ ਉਪਕਰਨ ਅਤੇ ਦਵਾਈਆਂ ਤੇ ਸਾਰੇ ਤਰ੍ਹਾਂ ਦੇ ਟੈਕਸਾਂ ਤੇ ਕਸਟਮ ਡਿਊਟੀ 'ਚ ਛੋਟ ਦੇਣ ਦੀ ਅਪੀਲ ਕੀਤੀ ਹੈ। ਬੈਨਰਜੀ ਨੇ ਮੋਦੀ ਨੂੰ ਸਿਹਤ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਅਤੇ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੇ ਇਲਾਜ ਲਈ ਉਪਕਰਨ, ਦਵਾਈਆਂ ਅਤੇ ਆਕਸੀਜਨ ਦੀ ਸਪਲਾਈ ਵਧਾਉਣ ਦੀ ਵੀ ਅਪੀਲ ਕੀਤੀ। ਉਹਨਾਂ ਨੇ ਚਿੱਠੀ 'ਚ ਕਿਹਾ ਕਿ ਵੱਡੀ ਗਿਣਤੀ 'ਚ ਸੰਗਠਨ, ਲੋਕ ਅਤੇ ਪਰਉਪਕਾਰੀ ਏਜੰਸੀਆਂ ਆਕਸੀਜਨ ਕੰਸਨਟਰੇਟਰ, ਸਿਲੰਡਰ, ਕੰਟੇਨਰ ਤੇ ਕੋਵਿਡ ਸੰਬੰਧਿਤ ਦਵਾਈਆਂ ਦਾਨ ਦੇਣ ਲਈ ਅੱਗੇ ਆਏ ਹਨ। ਉਹਨਾਂ ਕਿਹਾ ਕਿ ਕਈ ਦਾਨਦਾਤਾਵਾਂ ਨੇ ਇਹਨਾਂ ਤੇ ਕਸਟਮ ਡਿਊਟੀ, SGST, IGST ਤੋਂ ਛੋਟ ਦੇਣ ਤੇ ਵਿਚਾਰ ਕਰਨ ਲਈ ਰਾਜ ਸਰਕਾਰ ਦਾ ਰੁਖ ਕੀਤਾ ਹੈ। ਬੈਨਰਜੀ ਨੇ ਕਿਹਾ, ਕਿਉਂਕਿ ਇਹਨਾਂ ਦੀਆਂ ਕੀਮਤਾਂ ਕੇਂਦਰ ਸਰਕਾਰ ਦੇ ਕਾਰਜ ਖੇਤਰ 'ਚ ਆਉਂਦੀਆਂ ਹਨ, ਤਾਂ ਮੈਂ ਅਪੀਲ ਕਰਦੀ ਹਾਂ ਕਿ ਇਹਨਾਂ ਵਸਤਾਂ ਤੇ GST, ਕਸਟਮ ਡਿਊਟੀ ਅਤੇ ਹੋਰ ਅਜਿਹੇ ਹੀ ਟੈਕਸਾਂ ਤੋਂ ਛੋਟ ਦਿੱਤੀ ਜਾਵੇ ਤਾਂ ਕਿ ਕਰੋਨਾ ਮਹਾਮਾਰੀ ਦੇ ਕੁਸ਼ਲ ਪ੍ਰਬੰਧਨ 'ਚ ਉਪਰੋਕਤ ਜੀਵਨ ਰੱਖਿਅਕ ਦਵਾਈਆਂ ਅਤੇ ਉਪਕਰਨਾਂ ਦੀ ਸਪਲਾਈ ਵਧਾਉਣ 'ਚ ਮਦਦ ਮਿਲ ਸਕੇ। ਦੱਸਣਯੋਗ ਹੈ ਕਿ ਬੈਨਰਜੀ ਦੇਸ਼ ਵਿੱਚ ਇਸ ਇਨਫੈਕਸ਼ਨ ਰੋਗ ਨੂੰ ਫੈਲਣ ਤੋਂ ਰੋਕਣ 'ਚ ਅਸਫਲ ਰਹਿਣ ਲਈ ਕੇਂਦਰ ਤੇ ਨਿਸ਼ਾਨਾ ਸਾਧਦੀ ਰਹੀ ਹੈ। ਤੇ ਇਹ ਸਨ ਹੁਣ ਤੱਕ ਦੀਆਂ ਦੁਨੀਆ ਭਰ ਦੀਆਂ ਚੋਣਵੀਆਂ ਖਬਰਾਂ। ਵਧੇਰੇ ਖਬਰਾਂ ਦੀ ਜਾਣਕਾਰੀ ਦੇ ਲਈ ਤੁਸੀਂ ਬਨੇ ਰਹੋ ਪੰਜਾਬ ਮੇਲ USA TV ਦੇ ਨਾਲ ਤੇ ਮੈਨੂੰ ਦੇ ਦਿਓ ਇਜਾਜ਼ਤ। ਧੰਨਵਾਦ।